Good morning, everyone. This is Sandeep Kaur, your social science teacher, and today our topic is the Nazi cult of motherhood. ठीक है, cult means group. ਸੋ ਨਾਜ਼ੀਸ ਦਾ ਜਿਹੜਾ ਇੱਕ ਮਦਰਹੁੱਡ ਦੇ ਲਈ ਇੱਕ ਗਰੁੱਪ ਬਣਾਇਆ ਹੈ, ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ, ਜਾਂ ਨਾਜ਼ੀਸ ਦਾ ਜਿਹੜਾ ਵਿਊ ਸੀ ਕਿ ਮਦਰਸ ਦੇ ਲਈ, ਫੀਮੇਲਸ ਦੇ ਲਈ, ਉਹ ਕੀ ਸੀਗੇ ਆਪਾਂ ਇਹਦੇ ਵਿੱਚ ਪੜਾਂਗੇ। ਠੀਕ ਹੈ, ਕਹਿੰਦੇ ਕਿ ਜਿਹੜੇ ਨਾਜ਼ੀ ਜਰਮਨੀ ਦੇ ਜਿਹੜੇ ਬੱਚੇ ਸੀਗੇ, ਠੀਕ ਹੈ, ਉਹਨਾਂ ਨੂੰ ਬਾਰ-ਬਾਰ ਇੱਕ ਗੱਲ ਕਹੀ ਜਾਂਦੀ ਸੀ ਕਿ ਜਿਹੜੀ ਵੂਮਨਸ ਨੇ ਉਹ ਮੈਨ ਨਾਲੋਂ ਜਿਹੜੇ ਬਿਲਕੁਲ ਡਿਫਰੈਂਟ ਨੇ, ਯਾਨੀ ਕਿ ਇੱਕ ਔਰਤ ਜਿਹੜੀ ਹੈ ਉਹ ਇੱਕ ਮਰਦ ਨਾਲੋਂ ਬਿਲਕੁਲ ਡਿਫਰੈਂਟ ਹੈ। ਠੀਕ ਹੈ, ਜਿੱਥੇ ਇੱਕ ਸਾਈਡ 'ਤੇ ਸਾਰੇ ਵਰਲਡ ਦੇ ਜਿਹੜੇ ਵਿੱਚ ਵੂਮਨ ਸੀਗੀਆਂ, ਮੂਵਮੈਂਟਸ ਚੱਲ ਰਹੀਆਂ ਸੀਗੀਆਂ ਰਾਈਟ ਟੂ ਵੋਟ ਦੇ ਲਈ, ਇਕੁਅਲ ਰਾਈਟਸ ਦੇ ਲਈ, ਉਸੇ ਟਾਈਮ 'ਤੇ ਜਿਹੜਾ ਹੈਗਾ ਹਿਟਲਰ ਜਿਹੜਾ ਹੈਗਾ ਉਹਦੀ ਨਾਜ਼ੀ ਜਰਮਨੀ ਦੇ ਵਿੱਚ ਕੀ ਕਿਹਾ ਜਾਂਦਾ ਹੈਗਾ ਕਿ ਬੋਥ ਆਰ ਡਿਫਰੈਂਟ ਫਰੋਮ ਈਚ ਅਦਰ। ਠੀਕ ਹੈ, ਨੈਕਸਟ ਹੈ ਬੱਚੇ ਕਿ ਇਸ ਟਾਈਮ 'ਤੇ ਹਰ ਕਿਤੇ ਡੈਮੋਕ੍ਰੇਟਿਕ ਰਾਈਟਸ ਦੇ ਲਈ ਸਟਰਗਲ ਚੱਲਦੀ ਪਈ ਸੀਗੀ। ਠੀਕ ਹੈ, ਬਟ ਉਹ ਬੱਚੇ ਆਪਣੇ ਜਿਹੜੇ ਬॉयਜ਼ ਸੀਗੇ ਉਹਨਾਂ ਨੂੰ ਨਾਜ਼ੀ ਜਰਮਨੀ ਵਿੱਚ ਕੀ ਸਿਖਾਇਆ ਜਾਂਦਾ ਹੈਗਾ ਕਿ ਬੀ ਅਗਰੈਸਿਵ, ਉਹਨਾਂ ਨੂੰ ਗੁੱਸੇ ਵਾਲੇ ਹੋਣਾ ਚਾਹੀਦਾ ਹੈ, ਉਹਨਾਂ ਦੀ ਬਿਲਕੁਲ ਮਤਲਬ ਮੈਸਕੂਲਾਈਨ ਮਤਲਬ ਚੰਗੀ ਤਰ੍ਹਾਂ ਉਹਦੀ ਬੋਡੀ ਵਗੈਰਾ ਬਣੀ ਹੋਣੀ ਚਾਹੀਦੀ ਹੈ, ਉਹਨਾਂ ਕੋਲ ਜਿਹੜੀਆਂ ਸਾਰੀਆਂ ਹੈਬਿਟਸ ਨੇ ਉਹ ਵਾਲੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਕਿ ਇੱਕ ਮੇਲ ਪਰਸਨ ਕੋਲ ਹੋਣੀਆਂ ਮੰਨੀਆਂ ਜਾਂਦੀਆਂ। ਜਿੱਦਾਂ ਉਹਨਾਂ ਨੂੰ ਜ਼ਿਆਦਾ ਗੁੱਸਾ ਆਉਣਾ ਚਾਹੀਦਾ ਹੈ, ਉਹਨਾਂ ਨੂੰ ਡੋਮੀਨੇਟਿਵ ਹੋਣਾ ਚਾਹੀਦਾ ਹੈ, ਉਹਨਾਂ ਨੂੰ ਰੋਣਾ ਨਹੀਂ ਚਾਹੀਦਾ, ਉਹਨਾਂ ਵਿੱਚ ਜਿਹੜੀਆਂ ਫੀਲਿੰਗਸ ਬਹੁਤ ਸਟਰੋਂਗ ਹੋਣੀਆਂ ਚਾਹੀਦੀਆਂ। ਠੀਕ ਹੈ, ਸਟੀਲ ਹਾਰਟਡ ਹੋਣਾ ਚਾਹੀਦਾ। ਠੀਕ ਹੈ, ਮਤਲਬ ਇਹ ਓਵਰਆਲ ਕਿ ਇੱਕ ਜਿਹੜਾ ਮੇਲ ਪਰਸਨ ਹੈ ਉਹ ਜਿਹੜਾ ਹੈ ਉਹ ਆਪਣੀ ਸੁਸਾਇਟੀ ਦੇ ਵਿੱਚ ਇੱਕ ਐਵੇਂ ਦਾ ਹੋਣਾ ਚਾਹੀਦਾ ਹੈ ਇਹ ਜਿਹਦੇ ਇਮੋਸ਼ਨਸ 'ਤੇ ਬਹੁਤ ਜ਼ਿਆਦਾ ਕੰਟਰੋਲ ਹੈ ਔਰ ਉਹਦੇ ਬੋਡੀਲੀ ਵੀ ਉਹ ਬਹੁਤ ਜ਼ਿਆਦਾ ਸਟਰੋਂਗ ਹੈ। ਠੀਕ ਹੈ, ਔਰ ਗਰਲਸ ਨੂੰ ਕੀ ਕਿਹਾ ਜਾਂਦਾ ਹੈਗਾ ਕਿ ਉਹਨਾਂ ਨੂੰ ਮਦਰਸ ਬਣਨਾ ਹੈ ਔਰ ਜਿਹੜੇ ਪਿਓਰ ਬਲੱਡਡ ਆਰੀਅਨ ਜਿਹੜੇ ਬੱਚੇ ਨੇ ਉਹ ਪੈਦਾ ਕਰਦੇ ਨੇ। ਠੀਕ ਹੈ, ਐਂਡ ਨੈਕਸਟ ਥਿੰਗ ਜਿਹੜੀ ਮੇਨਲੀ ਕਹੀ ਜਾਂਦੀ ਸੀ ਰੇਸ ਬੇਸਡ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਗਰਲਸ ਨੂੰ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਆਪਣੀ ਪਿਓਰਿਟੀ ਆਫ ਰੇਸ ਜਿਹੜੀ ਹੈ ਉਹ ਮੇਨਟੇਨ ਰੱਖਣੀ ਹੈ ਔਰ ਡਿਸਟੈਂਸ ਕਿਤੇ ਤੋਂ ਰੱਖਣਾ ਹੈ, ਜਿਊਜ਼ ਤੋਂ ਜਿਹੜਾ ਡਿਸਟੈਂਸ ਰੱਖਣਾ ਹੈ, ਯਾਨੀ ਕਿ ਉਹਨਾਂ ਨੇ ਕਿਸੇ ਵੀ ਜਿਊ ਦੇ ਨਾਲ ਜਿਹੜਾ ਕੋਈ ਰਿਲੇਸ਼ਨਸ਼ਿਪ ਜਾਂ ਕੋਈ ਫਰੈਂਡਸ਼ਿਪ ਜਾਂ ਕੋਈ ਮੈਰਿਜ ਨਹੀਂ ਕਰਵਾਉਣੀ। ਠੀਕ ਹੈ, ਸੋ ਐਂਡ ਨੈਕਸਟ ਉਹਨਾਂ ਦਾ ਰੋਲ ਕੀ ਹੈ ਸੋਸਾਇਟੀ ਦੇ ਵਿੱਚ, ਲੁੱਕ ਆਫਟਰ ਦਾ ਹੋਮ। ਠੀਕ ਹੈ, ਸਿਰਫ ਉਹਨਾਂ ਨੇ ਕੀ ਕੰਮ ਕਰਨਾ ਹੈ ਕਿ ਉਹ ਸਿਰਫ ਆਪਣਾ ਘਰ ਸੰਭਾਲਣ, ਇਹ ਤੋਂ ਇਲਾਵਾ ਉਹਨਾਂ ਦਾ ਕੋਈ ਰੋਲ ਸੋਸਾਇਟੀ ਦੇ ਵਿੱਚ ਨਹੀਂ ਹੈ। ਔਰ ਆਪਣੇ ਬੱਚਿਆਂ ਨੂੰ ਜਿਹੜਾ ਹੈ ਨਾਜ਼ੀ ਵੈਲਿਊਜ਼ ਜਿਹੜੀਆਂ ਨੇ ਉਹ ਦੇਣ ਤਾਂ ਕਿ ਉਹ ਨਾਜ਼ੀ ਵੈਲਿਊਜ਼ ਨੂੰ ਸੁਣ ਕੇ ਉਹਨਾਂ ਦੇ 'ਤੇ ਚੱਲਣ ਔਰ ਹਿਟਲਰ ਦੇ ਅਕੋਰਡਿੰਗ ਜਿਹੜੀ ਉਹ ਅੱਗੇ ਆਪਣੇ ਨੇਸ਼ਨ ਦੇ ਵਿੱਚ ਕੰਮ ਕਰਨ। ਠੀਕ ਹੈ, ਔਰ ਇਹ ਸਭ ਕਹਿਣ ਤੋਂ ਬਾਅਦ ਉਹਨਾਂ ਨੂੰ ਕੀ ਸਿਖਾਇਆ ਜਾਂਦਾ ਹੈ ਕਿ ਉਹਨਾਂ ਨੇ ਕੀ ਬਣਨਾ ਹੈ, ਬੇਅਰਸ ਆਫ ਦਾ ਆਰੀਅਨ ਕਲਚਰ ਐਂਡ ਰੇਸ। ਬੇਅਰਰ ਕੀ ਹੁੰਦਾ ਹੈ, ਜਿਹਨੂੰ ਆਪਾਂ ਸਕਸੈਸਰ ਵੀ ਕਹਿ ਦਿੰਦੇ ਹਾਂ। ਠੀਕ ਹੈ, ਕਿ ਉਹ ਉਹਨਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈ ਉਹ ਆਰੀਅਨ ਕਲਚਰ ਔਰ ਰੇਸ ਜਿਹੜੀ ਹੈ ਉਹਨੂੰ ਸੰਭਾਲਣਾ ਹੈ। 1933 ਵਿੱਚ ਹਿਟਲਰ ਜਿਹੜਾ ਉਹਨਾਂ ਨੇ ਕੀ ਕਿਹਾ, ਉਹਨੇ ਕਿਹਾ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਪਰਸਨ ਜਿਹੜਾ ਹੈ ਮੇਰੀ ਕੰਟਰੀ ਦੇ ਵਿੱਚ ਉਹ ਕੌਣ ਹੈ, ਮਦਰਸ ਨੇ। ਠੀਕ ਹੈ, ਬਟ ਜਿਹੜੀਆਂ ਮਦਰਸ ਸੀਗੀਆਂ ਉਹਨਾਂ ਨੂੰ ਡਿਫਰੈਂਟਲੀ ਟਰੀਟ ਕੀਤਾ ਜਾਂਦਾ ਸੀ। ਸਾਰੀਆਂ ਮਦਰਸ ਦੇ ਲਈ ਨਹੀਂ ਹੀ ਇਹ ਵਾਲੀ ਸਟੇਟਮੈਂਟ ਜਿਹੜੀ ਸੀ ਹਿਟਲਰ ਦੀ ਸਟੇਟਮੈਂਟ ਸਾਰੀਆਂ ਮਦਰਸ ਲਈ ਨਹੀਂ ਸੀਗੀ। ਇਹ ਕਿਹੜੀਆਂ ਮਦਰਸ ਦੇ ਲਈ ਸੀਗੀ, ਜਿਹੜੀਆਂ ਜਰਮਨ ਆਰੀਅਨ ਮਦਰਸ ਸੀਗੀਆਂ। ਠੀਕ ਹੈ, ਔਰ ਜਰਮਨ ਆਰੀਅਨ ਬੱਚਿਆਂ ਨੂੰ ਜਨਮ ਦੇ ਰਹੀਆਂ ਹੈਗੀਆਂ। ਸੋ ਵੂਮਨਸ ਜਿਹੜੀਆਂ ਕਿ ਰੇਸ਼ੀਅਲੀ ਅਨਡਿਜ਼ਾਇਰੇਬਲ ਬੱਚੇ ਜਨਮ ਦਿੰਦੀ ਸੀਗੀ ਉਹਨੂੰ ਪਨਿਸ਼ ਕੀਤਾ ਜਾਂਦਾ ਹੈਗਾ। ਮਤਲਬ ਇਹ ਕਿ ਅਗਰ ਕੋਈ ਜਰਮਨ ਆਰੀਅਨ ਵੂਮਨ ਹੈ ਔਰ ਅਗਰ ਉਹ ਕਿਸੇ ਜੂ ਨਾਲ ਮੈਰਿਜ ਕਰ ਲੈਂਦੀ ਹੈ, ਠੀਕ ਹੈ, ਯਹੂਦੀ ਨਾਲ ਮੈਰਿਜ ਕਰ ਲੈਂਦੀ ਹੈ ਔਰ ਯਹੂਦੀਆਂ ਮਤਲਬ ਇੱਕ ਯਹੂਦੀ ਬੱਚਾ ਪੈਦਾ ਹੁੰਦਾ ਹੈ ਉਹਦੇ ਘਰ, ਦੈਨ ਉਹਨੂੰ ਪਨਿਸ਼ ਕੀਤਾ ਜਾਂਦਾ ਹੈਗਾ। ਠੀਕ ਹੈ, ਕਿਉਂਕਿ ਯਹੂਦੀ ਜਿਹੜੇ ਜਿਊ ਸੀਗੇ ਉਹਨਾਂ ਨੂੰ ਅਨਡਿਜ਼ਾਇਰੇਬਲ ਡਿਕਲੇਅਰ ਕੀਤਾ ਗਿਆ ਹੈਗਾ। ਨੈਕਸਟ ਹੈ ਬੱਚੇ ਕਿ ਜਿਹੜਾ ਰੇਸ਼ੀਅਲੀ ਜਿਹੜਾ ਬੱਚੇ ਨੂੰ ਡਿਜ਼ਾਇਰੇਬਲ ਕਿਹਾ ਜਾਂਦਾ ਹੈਗਾ, ਜਿਹੜੀ ਮਦਰਸ ਜਿਹੜੀਆਂ ਸੀ ਉਹਨਾਂ ਨੂੰ ਮਤਲਬ ਉਹ ਬੱਚਾ ਪੈਦਾ ਕਰਦੀਆਂ ਸੀ, ਜਰਮਨ ਆਰੀਅਨ ਬੱਚਾ ਪੈਦਾ ਕਰਦੀਆਂ ਹੈਗੀਆਂ, ਉਹਨਾਂ ਨੂੰ ਬਹੁਤ ਤਰ੍ਹਾਂ ਦੇ ਅਵਾਰਡ ਦਿੱਤੇ ਜਾਂਦੇ ਸੀਗੇ। ਠੀਕ ਹੈ, ਉਹਨਾਂ ਨੂੰ ਸਪੈਸ਼ਲ ਟਰੀਟਮੈਂਟ ਦਿੱਤਾ ਜਾਂਦਾ ਸੀ, ਹਸਪੀਟਲ ਦੇ ਵਿੱਚ ਬੜੀ ਸਾਰੀਆਂ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ ਹੈਗੀਆਂ, ਸ਼ਾਪਸ ਦੇ ਉੱਤੇ ਸ਼ਾਪਿੰਗ ਕਰਦੇ ਟਾਈਮ ਉਹਨਾਂ ਨੂੰ ਕੰਸੈਸ਼ਨਸ ਦੇ ਮਿਲਦੀਆਂ ਹੈਗੀਆਂ, ਜਿਹੜੀਆਂ ਥੀਏਟਰ ਟਿਕਟ ਸੀਗੀਆਂ ਉਹਨਾਂ 'ਤੇ ਕੰਸੈਸ਼ਨ ਮਿਲਦੀ ਸੀ, ਰੇਲਵੇ ਦੇ ਵਿੱਚ ਫੇਅਰ ਸੀਗੇ, ਕਿਰਾਇਆ ਸੀਗਾ, ਉਹਨਾਂ ਸਾਰੀਆਂ ਥਾਵਾਂ 'ਤੇ ਉਹਨਾਂ ਨੂੰ ਕੰਸੈਸ਼ਨ ਦਿੱਤੀ ਜਾਂਦੀ ਸੀਗੀ। ਠੀਕ ਹੈ, ਇਹ ਸਭ ਕੁਝ ਕਦ ਲਈ ਕੀਤਾ ਜਾਂਦਾ ਸੀ ਤਾਂ ਕਿ ਜਿਹੜੀ ਵੂਮਨਸ ਨੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਦੇ ਲਈ ਜਿਹੜਾ ਹੈਗਾ ਉਹ ਇਨਕਰੇਜ ਕੀਤਾ ਜਾ ਸਕੇ। ਔਰ ਇਹਦੇ ਲਈ ਇੱਕ ਜਿਹੜਾ ਹੈਗਾ ਇੱਕ ਅਵਾਰਡ ਜਿਹੜਾ ਹੈਗਾ ਉਹ ਵੀ ਉਹਨਾਂ ਨੂੰ ਦਿੱਤਾ ਜਾਂਦਾ ਹੈਗਾ। ਇਹਦੇ ਵਿੱਚ 3 ਤਰ੍ਹਾਂ ਦੇ ਅਵਾਰਡ ਹੈਗੇ, ਬ੍ਰੌਂਜ਼, ਸਿਲਵਰ ਐਂਡ ਗੋਲਡ ਕਰੂਜ਼ ਜਿਹੜੇ ਹੈਗੇ ਉਹ ਦਿੱਤੇ ਜਾਂਦੇ ਹੈਗੇ, ਕ੍ਰੋਸ।
ਠੀਕ ਹੈ। ਅਗਰ ਕੋਈ ਔਰਤ ਜਿਹੜੀ ਉਹ 4 ਬੱਚੇ ਪੈਦਾ ਕਰ ਰਹੀ ਦੈਨ ਉਹਨੂੰ ਬ੍ਰੌਂਜ਼ ਜਿਹੜਾ ਕ੍ਰਾਸ ਸੀਗਾ ਉਹ ਦਿੱਤਾ ਜਾਂਦਾ ਹੈਗਾ। ਅਗਰ ਕਿਸੇ ਦੇ 6 ਬੱਚੇ ਨੇ ਦੈਨ ਉਹਨੂੰ ਸਿਲਵਰ ਕ੍ਰਾਸ, ਔਰ ਅਗਰ ਕਿਸੇ ਦੇ 8 ਬੱਚੇ ਨੇ, ਉਹਨੂੰ 8 ਜਾਂ ਇਹ ਤੋਂ ਜ਼ਿਆਦਾ ਬੱਚੇ ਇੱਕ ਔਰਤ ਨੇ ਪੈਦਾ ਕੀਤੇ ਦੈਨ ਉਹਨੂੰ ਗੋਲਡਨ ਕ੍ਰਾਸ ਜਿਹੜਾ ਹੈ ਉਹ ਦਿੱਤਾ ਜਾਂਦਾ ਹੈਗਾ। ਠੀਕ ਹੈ। ਸੋ ਇਸ ਤਰੀਕੇ ਨਾਲ ਜਿਹੜੀਆਂ ਸਾਡੇ ਸਾਰੀਆਂ ਵੂਮਨ ਸੀਗੀਆਂ, ਸਾਰੇ ਆਰੀਅਨ ਬੱਚੇ ਜਿਹੜੇ ਪੈਦਾ ਕਰ ਰਹੀਆਂ ਹੈਗੀਆਂ, ਉਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਂਦਾ ਹੈ ਔਰ ਇਨਕਰੇਜ ਕੀਤਾ ਜਾਂਦਾ ਹੈਗਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਬੱਚਾ ਪੈਦਾ ਕਰਨ, ਤਾਂ ਕਿ ਜਿਹੜੇ ਜਰਮਨ ਆਰੀਅਨਸ ਨੇ ਉਹਨਾਂ ਦੀ ਜਿਹੜੀ ਪੋਪੂਲੇਸ਼ਨ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਵੱਧ ਸਕੇ। ਠੀਕ ਹੈ। ਇਸ ਤਰੀਕੇ ਨਾਲ ਸਾਡੇ ਸਾਰੀਆਂ ਜਿਹੜੀਆਂ ਹੈਗੀਆਂ ਜਰਮਨ ਆਰੀਅਨ ਵੂਮਨ ਸੀਗੀਆਂ, ਠੀਕ ਹੈ, ਉਹਨਾਂ ਨੂੰ ਜਿਹੜਾ ਹੈਗਾ ਉਹ ਪਬਲਿਕਲੀ ਜਿਹੜੀਆਂ ਔਰਤਾਂ ਜਿਹੜੀਆਂ ਹੈਗੀਆਂ, ਜਿਹੜੀਆਂ ਕਿ ਇਹ ਕੋਡ ਆਫ ਕੰਡਕਟ ਦਾ ਪਾਲਣ ਨਹੀਂ ਹੈਗਾ ਦੀਆਂ, ਜਿਹੜਾ ਕਿ ਬਣਾਇਆ ਗਿਆ ਹੈਗਾ ਕਿ ਉਹਨਾਂ ਨੇ ਆਪਣੇ ਬੱਚਿਆਂ ਦੀ ਸਿਹਤ ਬਸ ਸਾਂਭ ਸੰਭਾਲ ਕਰਨੀ ਹੈ, ਆਪਣੇ ਘਰ ਦੇ ਵਿੱਚ ਹੀ ਰਹਿਣਾ ਹੈ ਔਰਤਾਂ ਨੇ। ਠੀਕ ਹੈ। ਔਰ ਜ਼ਿਆਦਾ ਤੋਂ ਜ਼ਿਆਦਾ ਬੱਚੇ ਪੈਦਾ ਕਰਨੇ ਹੈ, ਔਰ ਕਿਸੇ ਵੀ ਹੋਰ ਰੇਸ ਦੇ ਪਰਸਨ ਦੇ ਨਾਲ, ਫੈਮਿਲੀ ਦੇ ਨਾਲ ਕਿਸੇ ਤਰੀਕੇ ਦਾ ਰਿਲੇਸ਼ਨਸ਼ਿਪ ਨਹੀਂ ਰੱਖਣਾ। ਔਰ ਅਗਰ ਇਹਨਾਂ ਸਾਰੇ ਕੋਡ, ਇਹ ਜਿਹੜਾ ਕੋਡ ਆਫ ਕੰਡਕਟ ਹੀਗਾ ਵੂਮਨਸ ਦੇ ਲਈ, ਇਹਨਾਂ ਨੂੰ ਅਗਰ ਕੋਈ ਮਤਲਬ ਇਹਨਾਂ ਦੀ ਉਲੰਘਣਾ ਕਰਦਾ ਹੈ ਦੈਨ ਉਹਨਾਂ ਨੂੰ ਬਹੁਤ ਬੁਰੀ ਤਰੀਕੇ ਦੇ ਨਾਲ ਜਿਹੜਾ ਹੈ ਪਬਲਿਕਲੀ ਜਿਹੜਾ ਹੈ ਪਨਿਸ਼ ਕੀਤਾ ਜਾਂਦਾ ਹੈਗਾ। ਜਿਨ੍ਹਾਂ ਨੇ ਜਿਹੜਾ ਹੈਗਾ ਕੰਟੈਕਟਸ ਜਿਹੜੇ ਹੈਗੇ ਉਹ ਜਿਊਸ ਨਾਲ, ਪੋਲਿਸ਼ ਨਾਲ ਜਾਂ ਰਸ਼ੀਅਨ ਪਰਸਨਸ ਦੇ ਨਾਲ ਜਿਹੜੇ ਆਪਣੇ ਰਿਲੇਸ਼ਨਸ਼ਿਪਸ ਜਿਹੜੇ ਹੈਗੇ ਉਹਨਾਂ ਨੂੰ ਮੇਨਟੇਨ ਕੀਤਾ ਹੋਇਆ ਹੈਗਾ, ਉਹਨਾਂ ਦੀ ਇੱਕ ਪਰੇਡ ਕੱਢੀ ਜਾਂਦੀ ਸੀਗੀ। ਠੀਕ ਹੈ। ਪਰੇਡ ਸਭ ਨੂੰ ਪਤਾ ਹੈ, ਜਲੂਸ ਕਹਿ ਲਓ। ਠੀਕ ਹੈ। ਉਸ ਪਰੇਡ ਦੇ ਵਿੱਚ ਕੀ ਕੀਤਾ ਜਾਂਦਾ ਸੀ, ਉਹਨਾਂ ਦੇ ਵਾਲ ਕੱਟ ਦਿੱਤੇ ਜਾਂਦੇ ਸੀਗੇ। ਠੀਕ ਹੈ। ਔਰ ਉਹਨਾਂ ਦੇ ਜਿਹੜੇ ਮੂੰਹ ਸੀਗੇ ਉਹਨਾਂ ਨੂੰ ਕਾਲੇ ਕਰਕੇ ਉਹਨਾਂ ਦੇ ਗਲਾਂ ਦੇ ਵਿੱਚ ਐਵੇਂ ਇੱਕ ਮਤਲਬ ਪਲੇ ਕਾਰਡਸ ਪਾ ਦਿੱਤੇ ਜਾਂਦੇ ਸੀਗੇ, ਵੱਡੇ ਵੱਡੇ ਬੋਰਡ ਪਾ ਦਿੱਤੇ ਜਾਂਦੇ ਸੀ ਉਹਨਾਂ ਦੇ ਗਲਾਂ ਵਿੱਚ। ਉਹਨਾਂ ਦਾ ਫੇਸ ਜਿਹੜੇ ਸੀ ਉਹਨਾਂ ਨੂੰ ਕਾਲੇ ਕਰਕੇ ਔਰ ਵਾਲ ਕੱਟ ਕੇ, ਔਰ ਉਹਨਾਂ ਦੇ ਜਿਹੜੇ ਗਲਾਂ 'ਚ ਜਿਹੜੇ ਪਲੇ ਕਾਰਡ ਪਾਏ ਜਾਂਦੇ ਸੀਗੇ ਉਹਨਾਂ ਵਿੱਚ ਕੀ ਲਿਖਿਆ ਹੁੰਦਾ ਸੀਗਾ ਕਿ ਆਈ ਹੈਵ ਸਿਲਡ ਦਾ ਓਨਰ ਆਫ ਦਾ ਨੇਸ਼ਨ, ਯਾਨੀ ਕਿ ਮੈਂ ਆਪਣੇ ਦੇਸ਼ ਦਾ ਜਿਹੜਾ ਓਨਰ ਸੀਗਾ, ਸਨਮਾਨ ਸੀਗਾ, ਉਹਨੂੰ ਠੇਸ ਪਹੁੰਚਾਈ ਹੈ। ਔਰ ਇਹਦਾ ਰੀਜ਼ਨ ਕੀ ਹੈ ਕਿ ਉਹਨਾਂ ਨੇ ਆਪਣੇ ਜਿਹੜੇ ਰਿਲੇਸ਼ਨਸ਼ਿਪ ਸੀਗੇ ਕਿਸੇ ਵੀ ਤਰ੍ਹਾਂ ਦੇ, ਉਹ ਜਿਊ ਨਾਲ, ਪੋਲਿਸ਼ ਨਾਲ ਜਾਂ ਰਸ਼ੀਆ ਨਾਲ, ਮਤਲਬ ਕਿਸੇ ਵੀ ਹੋਰ ਰੇਸ ਦੇ ਪਰਸਨਸ ਦੇ ਨਾਲ ਜਿਹੜੇ ਹੈਗੇ ਮੇਨਟੇਨ ਰੱਖੇ ਸੀਗੇ। ਸੋ ਇਸ ਤਰੀਕੇ ਨਾਲ ਪਨਿਸ਼ ਕੀਤਾ ਜਾਂਦਾ ਹੈ ਔਰ ਉਹਨਾਂ ਨੂੰ ਡਿਸਕਰਜ ਕੀਤਾ ਜਾਂਦਾ ਹੈਗਾ ਕਿ ਕੋਈ ਵੀ ਹੋਰ ਪਰਸਨ ਜਿਹੜੀ ਵੂਮਨਸ ਨੇ ਬਾਕੀ ਵੀ, ਉਹ ਕਿਸੇ ਤਰੀਕੇ ਨਾਲ ਐਵੇਂ ਦਾ ਕੰਮ ਕੁਛ ਨਾ ਕਰਨ। ਬਹੁਤ ਸਾਰੀਆਂ ਫੀਮੇਲ ਸੀਗੇ ਜਿਨ੍ਹਾਂ ਨੂੰ ਇਸ ਦੇ ਲਈ ਐਵੇਂ ਰਿਲੇਸ਼ਨਸ਼ਿਪ ਰੱਖਣ ਦੇ ਲਈ ਜਿਹੜਾ ਹੈ ਜੇਲ੍ਹ ਜਾਣਾ ਪਿਆ। ਬਹੁਤ ਸਾਰੀਆਂ ਹੈਗੀ ਜਿਨ੍ਹਾਂ ਦੀ ਸਿਵਿਕ ਲਾਈਫ ਜਿਹੜੀ ਹੈਗੀ, ਸਿਵਿਕ ਜਿਹੜਾ ਓਨਰ ਸੀਗਾ ਸੋਸਾਇਟੀ ਦੇ ਵਿੱਚ, ਜਿਹੜਾ ਸਨਮਾਨ ਸੀ, ਉਹਨਾਂ ਦੀ ਸੈਲਫ ਰਿਸਪੈਕਟ ਸੀ, ਉਹ ਖਤਮ ਹੋ ਗਈ। ਠੀਕ ਹੈ। ਉਹਨਾਂ ਦੇ ਹਸਬੈਂਡ, ਉਹਨਾਂ ਦੇ ਫੈਮਲੀਜ਼ ਨੂੰ ਕਾਫੀ ਜ਼ਿਆਦਾ ਜਿਹੜਾ ਟੌਰਚਰ ਕੀਤਾ ਗਿਆ ਕ੍ਰਿਮੀਨਲ ਅਫੈਂਸ ਦੇ ਲਈ। ਠੀਕ ਹੈ। ਨੈਕਸਟ ਬੇਟਾ, ਦਾ ਆਰਟ ਆਫ ਪ੍ਰੋਪੇਗੈਂਡਾ। ਪ੍ਰੋਪੇਗੈਂਡਾ ਇੱਕ ਹੁੰਦਾ ਕਿ ਪ੍ਰਚਾਰ ਕਰਨਾ। ਠੀਕ ਹੈ। ਜਿਵੇਂ ਆਪਣੇ ਇਲੈਕਸ਼ਨਸ ਦੇ ਵਿੱਚ ਹੁੰਦਾ ਹੈ, ਕਿਸੇ ਵੀ ਤਰੀਕੇ ਦਾ ਹੁੰਦਾ ਹੈ। ਸੋ ਆਰਟ ਆਫ ਪ੍ਰੋਪੇਗੈਂਡਾ ਕੀ ਹੈ ਕਿ ਇਹਦੇ ਵਿੱਚ ਜਿਹੜੀ ਨਾਜ਼ੀ ਜਰਮਨੀ ਸੀਗਾ, ਉਹਨਾਂ ਨੇ ਇੱਕ ਪ੍ਰੋਪੇਗੈਂਡਾ ਚਲਾਇਆ ਹੋਇਆ ਹੈਗਾ ਡਿਫਰੈਂਟ ਰੇਸਸ ਦੇ ਖਿਲਾਫ। ਠੀਕ ਹੈ। ਦੂਸਰੇ ਨੇਸ਼ਨਸ ਦੇ ਖਿਲਾਫ ਕਿ ਕੋਈ ਨਹੀਂ ਅੱਛਾ, ਸਿਰਫ ਆਪਾਂ ਹੀ ਅੱਛੇ ਹਾਂ। ਠੀਕ ਹੈ। ਸਿਰਫ ਜਰਮਨ ਆਰੀਅਨਸ ਹੀ ਹੋਣੇ ਚਾਹੀਦੇ ਔਰ ਜਰਮਨੀ ਹੋਣਾ ਚਾਹੀਦਾ, ਹੋਰ ਕੁਛ ਨਹੀਂ ਹੋਣਾ ਚਾਹੀਦਾ। ਠੀਕ ਹੈ। ਬਟ ਜਰਮਨ ਰਿਜ਼ਾਈਮਸ ਜਿਹੜੇ ਸੀਗੇ, ਉਹਨਾਂ ਨੇ ਜਿਹੜੀ ਲੈਂਗੁਏਜ ਯੂਜ਼ ਕਰਦੇ ਸੀ ਜਾਂ ਮੀਡੀਆ ਦਾ ਯੂਜ਼ ਹੁੰਦਾ ਸੀਗਾ, ਉਹ ਬੜਾ ਕੇਅਰਫੁਲੀ ਹੁੰਦਾ ਸੀਗਾ। ਠੀਕ ਹੈ। ਉਹਨਾਂ ਨੇ ਕੁਛ ਟਰਮਸ ਬਣਾਈਆਂ ਹੋਈਆਂ ਹੈਗੀਆਂ ਜਿਹੜੀਆਂ ਕਿ ਡਾਇਰੈਕਟਲੀ ਕਿਸੇ ਗੱਲ ਨੂੰ ਕਹਿਣ ਦੀ ਥਾਂ ਤੇ ਇੱਕ ਟਰਮ ਯੂਜ਼ ਕੀਤੀ ਜਾਂਦੀ ਸੀ, ਕੋਡ ਲੈਂਗੁਏਜ ਆਪਾਂ ਕਹਿ ਸਕਦੇ ਕਿ ਯੂਜ਼ ਕੀਤੀ ਜਾਂਦੀ ਸੀਗੀ, ਜਿਹਦੇ ਨਾਲ ਅੱਗੇ ਵਾਲਾ ਵੀ ਸਮਝ ਜਾਂਦਾ ਸੀਗਾ ਕਿ ਉਹ ਮੈਨੂੰ ਕੀ ਪੁੱਛਦਾ ਪਿਆ ਹੈ, ਔਰ ਉਸੇ ਤਰ੍ਹਾਂ ਦੀ ਕੋਡ ਲੈਂਗੁਏਜ ਵਿੱਚ ਜਿਹੜਾ ਹੈਗਾ ਪਰਸਨ ਜਵਾਬ ਦਿੰਦਾ ਹੈਗਾ, ਤਾਂ ਕਿ ਕਿਸੇ ਨੂੰ ਬਾਹਰ ਨਾ ਪਤਾ ਲੱਗ ਸਕੇ ਕਿ ਕੀ ਹੁੰਦਾ ਪਿਆ ਹੈ। ਠੀਕ ਹੈ। ਨਾਜ਼ੀ ਜਿਹੜੇ ਹੈਗੇ ਕਦੀ ਵੀ ਕਿਲ ਜਾਂ ਮਰਡਰ ਵਰਡ ਨਹੀਂ ਯੂਜ਼ ਕਰਦੇ ਓਫੀਸ਼ੀਅਲੀ ਕਮਿਊਨੀਕੇਸ਼ਨ ਦੇ ਵਿੱਚ। ਦੈਨ ਉਹ ਕਿਲਿੰਗ ਦੇ ਲਈ, ਮਾਸ ਕਿਲਿੰਗ, ਮਤਲਬ ਬਹੁਤ ਸਾਰੇ ਲੋਕਾਂ ਨੂੰ ਜਦੋਂ ਇਕੱਠੇ ਮਾਰਿਆ ਜਾਂਦਾ ਹੈ, ਦੈਨ ਉਹ ਕੀ ਵਰਡ ਯੂਜ਼ ਕਰਦੇ ਸੀਗੇ, ਸਪੈਸ਼ਲ ਟ੍ਰੀਟਮੈਂਟ ਔਰ ਫਾਈਨਲ ਸੋਲਿਊਸ਼ਨ। ਠੀਕ ਹੈ। ਜਦੋਂ ਜਿਊਜ਼ ਨੂੰ ਮਾਰਿਆ ਜਾਂਦਾ ਹੈਗਾ, ਉਹਨਾਂ ਦੀ ਮਾਸ ਕਿਲਿੰਗ ਕੀਤੀ ਜਾਂਦੀ ਹੈਗੀ, ਦੈਨ ਉਹ ਕਦੀ ਵੀ ਮਰਡਰ ਜਾਂ ਕਿਲ ਵਰਡ ਨਹੀਂ ਯੂਜ਼ ਕਰਦੇ। ਕੀ ਵਰਡ ਯੂਜ਼ ਕਰਦੇ, ਸਪੈਸ਼ਲ ਟ੍ਰੀਟਮੈਂਟ ਦਿੱਤਾ ਜਾ ਰਿਹਾ ਜਾਂ ਫਾਈਨਲ ਸੋਲਿਊਸ਼ਨ ਕੀਤਾ ਜਾ ਰਿਹਾ। ਠੀਕ ਹੈ। ਔਰ ਇੱਕ ਜਿਹੜੀ ਸਪੈਸ਼ਲ ਪ੍ਰੋਗਰਾਮ ਉਹਨਾਂ ਨੇ ਚਲਾਇਆ ਹੈਗਾ ਇਥਨੇਸ਼ੀਆ ਜਿਹੜਾ ਹੈਗਾ, ਉਹ ਉਹਨਾਂ ਲੋਕਾਂ ਲਈ ਚਲਾਇਆ ਗਿਆ ਹੈ ਜਿਹੜੇ ਹੈ ਤਾਂ ਜਰਮਨ ਆਰੀਅਨਸ ਬਟ ਉਹ ਡਿਸੇਬਲਸ ਨੇ। ਠੀਕ ਹੈ। ਉਹ ਲੋਕ ਜਿਹੜੇ ਨੇ ਉਹਨੇ ਜ਼ਿਆਦਾ ਮਤਲਬ ਚੱਲ ਫਿਰ ਨਹੀਂ ਸਕਦੇ, ਫਿਜ਼ੀਕਲੀ ਜਿਹੜੇ ਨੇ ਉਹ ਹੈਂਡੀਕੈਪਡ ਨੇ, ਉਹਨਾਂ ਨੂੰ ਵੀ ਅਨਡਿਜ਼ਾਇਰੇਬਲ ਡਿਕਲੇਅਰ ਕਰਕੇ ਉਹਨਾਂ ਨੂੰ ਵੀ ਉਸੇ ਤਰ੍ਹਾਂ ਹੀ ਮਾਰਿਆ ਗਿਆ ਜਿਵੇਂ ਕਿ ਜਿਊਸ ਨੂੰ ਮਾਰਿਆ ਗਿਆ।
ਠੀਕ ਹੈ। ਸੋ ਇਥਨੇਸ਼ੀਆ ਜਿਹੜਾ ਵਰਡ ਸੀਗਾ ਉਹ ਕਿਹਨਾਂ ਲਈ ਯੂਜ਼ ਕੀਤਾ ਜਾਂਦਾ ਸੀਗਾ, ਡਿਸੇਬਲਡਸ ਦੇ ਲਈ। ਐਂਡ ਸਿਲੈਕਸ਼ਨ ਐਂਡ ਡਿਸਇਨਫੈਕਸ਼ਨ ਵਰਡਸ ਵੀ ਇਸੇ ਤਰੀਕੇ ਨਾਲ ਯੂਜ਼ ਕੀਤੇ ਜਾਂਦੇ ਸੀਗੇ। ਇਸੇ ਤਰੀਕੇ ਨਾਲ ਇੱਕ ਹੋਰ ਵਰਡ ਦੇਖੋ, ਇਵੈਕੂਏਸ਼ਨ। ਇਵੈਕੂਏਸ਼ਨ ਕੀ ਹੁੰਦਾ ਹੈ, ਕਿਸੇ ਜਗ੍ਹਾ ਨੂੰ ਖਾਲੀ ਕਰ ਦੇਣਾ, ਠੀਕ ਹੈ। ਸਮਟਾਈਮ ਸਪੋਜ਼ ਕਰੋ ਜਦੋਂ ਫਲੱਡਸ ਆਉਂਦੇ ਆ, ਕਾਫੀ ਹੜ੍ਹ ਆ ਜਾਂਦੇ, ਪਾਣੀ ਆ ਜਾਂਦਾ, ਦੈਨ ਸਪੋਜ਼ ਕਰੋ ਜਿਵੇਂ ਉੱਥੋਂ ਲੋਕਾਂ ਨੂੰ ਕੱਢ ਲਿਆ ਜਾਂਦਾ, ਉਸ ਇਵੇਂ ਦੇ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਆ, ਇਵੈਕੂਏਸ਼ਨ, ਠੀਕ ਹੈ। ਸੋ ਇਵੈਕੂਏਸ਼ਨ ਜਿਹੜਾ ਹੈ, ਇੱਥੇ ਇਵੈਕੂਏਸ਼ਨ ਦਾ ਉਹ ਮੀਨਿੰਗ ਕੀ ਸੀਗਾ, ਕਿਵੇਂ ਇਹਨੂੰ ਐਜ਼ ਅ ਕੋਡ ਲੈਂਗੁਏਜ ਉਹ ਯੂਜ਼ ਕਰਦੇ ਸੀਗੇ ਕਿ ਇਵੈਕੂਏਸ਼ਨ ਕਿਹਨੂੰ ਕਿਹਾ ਜਾਂਦਾ ਸੀਗਾ ਜਰਮਨ ਦੇ ਵਿੱਚ ਉਸ ਟਾਈਮ 'ਤੇ, ਕਿ ਜਦੋਂ ਲੋਕਾਂ ਨੂੰ ਗੈਸ ਚੈਂਬਰ ਦੇ ਲਈ ਭੇਜ ਦਿੱਤਾ ਜਾਂਦਾ ਸੀਗਾ, ਉਹਦੇ ਲਈ ਉਹ ਵਰਡ ਯੂਜ਼ ਕਰਦੇ ਇਵੈਕੂਏਸ਼ਨ, ਠੀਕ ਹੈ। ਐਂਡ ਨੈਕਸਟ ਹੈ ਕਿ ਜਿਹੜਾ ਗੈਸ ਚੈਂਬਰ ਸੀਗੇ ਉਹਨਾਂ ਨੂੰ ਫਿਰ ਕੀ ਕਿਹਾ ਜਾਂਦਾ ਹੈਗਾ, ਉਹਨਾਂ ਨੂੰ ਡਿਸਇਨਫੈਕਸ਼ਨ ਏਰੀਆ ਕਿਹਾ ਜਾਂਦਾ ਹੈਗਾ। ਯਾਨੀ ਕਿ ਉਹਨਾਂ ਨੂੰ ਲੱਗਦਾ ਹੈਗਾ ਕਿ ਇਹ ਜਿਹੜੀ ਜਰਮਨ ਸੁਸਾਇਟੀ ਦੇ ਵਿੱਚ ਜਿਹੜੇ ਲੋਕ ਦੂਜੀਆਂ ਰੇਸਸ 'ਤੇ ਰਹਿ ਰਹੇ ਆ, ਉਹਨਾਂ ਨੇ ਸਾਡੀ ਸੁਸਾਇਟੀ ਨੂੰ ਇਨਫੈਕਟਡ ਕੀਤਾ ਹੋਇਆ ਹੈ, ਜਰਮਨ ਨੇਸ਼ਨ ਨੂੰ ਇਨਫੈਕਸ਼ਨ ਹੋਈ ਹੈ, ਔਰ ਅਗਰ ਇਹਨਾਂ ਨੂੰ ਆਪਾਂ ਖ਼ਤਮ ਕਰ ਦਾਂਗੇ ਦੈਨ ਉਹ ਜਿਹੜੀ ਇਨਫੈਕਸ਼ਨ ਹੈ ਉਹ ਖ਼ਤਮ ਹੋ ਜਾਏਗੀ, ਔਰ ਪਰਫੈਕਸ਼ਨ ਜਿਹੜੀ ਹੈ ਉਹ ਜਰਮਨ ਸੁਸਾਇਟੀ 'ਚ ਆ ਜਾਏਗੀ। ਔਰ ਜਿੱਥੇ ਇਹਨਾਂ ਲੋਕਾਂ ਨੂੰ ਖ਼ਤਮ ਕੀਤਾ ਜਾਏਗਾ ਉਹਨਾਂ ਏਰੀਆਜ਼ ਨੂੰ ਕੀ ਨਾਮ ਦਿੱਤਾ ਹੋਇਆ ਉਹਨਾਂ ਨੇ, ਡਿਸਇਨਫੈਕਸ਼ਨ ਏਰੀਆਜ਼, ਠੀਕ ਹੈ। ਔਰ ਇਹ ਡਿਸਇਨਫੈਕਸ਼ਨ ਏਰੀਆਜ਼ ਜਿਹੜੇ ਸੀਗੇ ਇਹ ਬਿਲਕੁਲ ਜਿਹੜੇ ਚੈਂਬਰ ਸੀਗੇ, ਗੈਸ ਚੈਂਬਰ ਸੀਗੇ, ਉਹ ਬਿਲਕੁਲ ਬਾਹਰੋਂ ਇੱਕ ਬਾਥਰੂਮ ਦੀ ਤਰ੍ਹਾਂ ਲੱਗਦੇ ਸੀਗੇ, ਔਰ ਬਾਥਰੂਮ ਦੀ ਤਰ੍ਹਾਂ ਦਿਖਾਉਣ ਦੇ ਲਈ ਇਹਨਾਂ ਦੇ ਉੱਪਰ ਜਿਹੜੇ ਸੀਗੇ ਉਹ ਫੇਕ ਜਿਹੜੇ ਸ਼ਾਵਰ ਹੈਡਸ ਵੀ ਲਾਏ ਗਏ, ਯਾਨੀ ਕਿ ਜਿਹੜੇ ਉੱਪਰ ਸੀਗੇ ਉਹ ਵਾਟਰ ਇਕਵਿਪਮੈਂਟ ਵੀ ਲਾਏ ਗਏ ਸੀਗੇ ਤਾਂ ਕਿ ਬਾਹਰੋਂ ਦੇਖਣ ਨੂੰ ਕਿਸੇ ਨੂੰ ਲੱਗੇ ਕਿ ਇਹ ਵਾਸ਼ਰੂਮਸ ਬਣੇ ਹੋਏ ਨੇ, ਬਟ ਅਸਲ ਵਿੱਚ ਉਹ ਕੀ ਸੀਗਾ, ਗੈਸ ਚੈਂਬਰ ਸੀਗੇ, ਠੀਕ ਹੈ। ਮੀਡੀਆ ਦਾ ਜਿਹੜਾ ਯੂਜ਼ ਸੀਗਾ ਉਹ ਵੀ ਬੜਾ ਕੇਅਰਫੁਲੀ ਕੀਤਾ ਜਾਂਦਾ ਸੀ ਤਾਂ ਕਿ ਲੋਕਾਂ ਦੀ ਜਿਹੜੀ ਸਪੋਰਟ ਹੈ ਉਹਨੂੰ ਜਿੱਤਿਆ ਜਾ ਸਕੇ, ਠੀਕ ਹੈ। ਨੈਕਸਟ ਹੈ ਕਿ ਜਿਹੜੇ ਨਾਜ਼ੀ ਵਿਊਜ਼ ਸੀਗੇ, ਨਾਜ਼ੀ ਆਈਡੀਆਜ਼ ਸੀਗੇ, ਉਹਨਾਂ ਨੂੰ ਵਿਜ਼ੂਅਲ ਪਿਕਚਰਸ, ਫਿਲਮਸ, ਰੇਡੀਓ, ਪੋਸਟਰਸ, ਸਕੈਚੀ ਸਲੋਗਨਸ, ਠੀਕ ਹੈ, ਲੀਫਲੈਟਸ, ਇਹਨਾਂ ਸਾਰੇ ਪਰਪਸ ਦੇ ਸੋਰਸਸ ਦੇ ਥਰੂ ਜਿਹੜਾ ਹੈਗਾ ਨਾਜ਼ੀ ਆਈਡੀਆਜ਼ ਨੂੰ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈਗਾ। ਔਰ ਪੋਸਟਰਸ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਜਿੱਦਾਂ ਆਇਡੈਂਟੀਫਾਈਡ ਕੀਤਾ ਜਾਂਦਾ ਹੈਗਾ ਜਿਹੜੇ ਕਿ ਜਿਊਜ਼ ਨੇ, ਠੀਕ ਹੈ, ਉਹਨਾਂ ਨੂੰ ਐਨਮੀਜ਼ ਜਾਂ ਇੱਕ ਇਵਲ ਦੀ ਤੌਰ 'ਤੇ ਜਿਹੜਾ ਇਹ ਪੋਸਟਰਸ ਦੇ ਵਿੱਚ ਦਿਖਾਇਆ ਜਾਂਦਾ ਹੈਗਾ। ਇਹਦੇ ਨਾਲ ਹੀ ਜਿਹੜੇ ਸੋਸ਼ਲਿਸਟ ਔਰ ਲਿਬਰਲ ਸੀਗੇ ਉਹਨਾਂ ਨੂੰ ਵੀ ਐਵੇਂ ਰਿਪਰੈਜ਼ੈਂਟ ਕੀਤਾ ਜਾਂਦਾ ਹੈਗਾ ਕਿ ਉਹ ਕਮਜ਼ੋਰ ਨੇ ਔਰ ਡੀਜਨਰੇਟ ਨੇ, ਠੀਕ ਹੈ। ਉਹ ਲੋਕ ਨੇ ਜਿਹੜੇ ਕੁਛ ਨਹੀਂ ਕਰ ਸਕਦੇ, ਸਿਰਫ ਗੱਲਾਂ ਹੀ ਕਰ ਸਕਦੇ ਆ, ਜਾਂ ਲਗਾ ਲਓ ਕਿ ਉਹ ਉਹਨਾਂ ਨੂੰ ਕੀ ਕਹਿੰਦੇ ਸੀਗੇ ਕਿ ਉਹ ਮਲੀਸ਼ੀਅਸ ਫੋਰਨ ਏਜੰਟਸ ਨੇ, ਯਾਨੀ ਕਿ ਉਹ ਕੀ ਨੇ, ਦੂਜੇ ਦੇਸ਼ਾਂ ਦੇ ਏਜੰਟਸ ਨੇ ਜਿਹੜੇ ਜਰਮਨੀ ਦਾ ਚੰਗਾ ਨਹੀਂ ਚਾਹੁੰਦੇ, ਠੀਕ ਹੈ। ਇਸ ਤਰ੍ਹਾਂ ਪ੍ਰੋਪੋਗੰਡਾ ਫਿਲਮਸ ਬਣਾਈਆਂ ਗਈਆਂ ਕਈ ਤਰੀਕੇ ਦੀਆਂ, ਠੀਕ ਹੈ, ਤਾਂ ਕਿ ਲੋਕ ਜਿਹੜੇ ਉਹ ਲੋਕਾਂ ਵਿੱਚ ਹੋਰ ਜ਼ਿਆਦਾ ਜਿਹੜੀ ਨਫ਼ਰਤ ਸੀਗੀ ਜਿਊਜ਼ ਦੇ ਲਈ, ਯਹੂਦੀਆਂ ਦੇ ਲਈ ਜਾਂ ਬਾਕੀ ਰੇਸਸ ਦੇ ਲਈ ਜਿਹੜਾ ਹੈ ਉਹ ਪੈਦਾ ਕੀਤੀ ਜਾ ਸਕੇ। ਔਰ ਇਹਨਾਂ ਵਿੱਚੋਂ ਇੱਕ ਡਾਕੂਮੈਂਟਰੀ ਫਿਲਮ ਹੈ ਦਾ ਇਟਰਨਲ ਜਿਊ। ਇਟਰਨਲ ਜਿਊ ਇੱਕ ਬੜੀ ਜ਼ਿਆਦਾ ਮਤਲਬ ਇਨਫੇਮਸ ਫਿਲਮ ਹੈ ਜਿਹੜੀ ਕਿ ਜਿਊਜ਼ ਦੇ ਅਗੇਂਸਟ ਬਣਾਈ ਗਈ ਸੀ, ਔਰ ਇਹਨੂੰ ਬਣਾਇਆ ਕਿੰਨੇ ਸੀਗਾ, ਇਹਨਾਂ ਨੇ ਨਾਜ਼ੀ ਜਰਮਨੀ ਨੇ, ਠੀਕ ਹੈ। ਆਰਥੋਡਾਕਸ ਜਿਹੜੇ ਜਿਊ ਸੀਗੇ ਉਹ ਸਟੀਰੀਓਟਾਈਪਡ ਕੀਤੇ ਗਏ, ਠੀਕ ਹੈ, ਮਾਰਕਡ ਕੀਤੇ ਗਏ। ਇਹਦਾ ਕੀ ਮਤਲਬ ਹੈ ਕਿ ਉਹਨਾਂ ਨੂੰ ਇਹਨਾਂ ਦੇ ਇੱਕ ਪਰਸੈਪਸ਼ਨ ਬਣਾ ਦਿੱਤਾ ਗਿਆ ਇਹ ਲੋਕ ਚੰਗੇ ਨਹੀਂ ਆ, ਹਾਲਾਂਕਿ ਉਹਦੇ ਪਿੱਛੇ ਕੋਈ ਰੀਜ਼ਨ ਨਹੀਂ, ਉਹਨਾਂ ਕੋਲ ਕੋਈ ਲੌਜਿਕ ਨਹੀਂ, ਬਟ ਫਿਰ ਵੀ ਇੱਕ ਐਵੇਂ ਦੀ ਜਿਹੜੀ ਪਿਕਚਰ ਸੀਗੀ, ਇੱਕ ਇਮੇਜ ਜਿਹੜੀ ਸੀਗੀ ਲੋਕਾਂ ਦੇ ਦਿਮਾਗ ਵਿੱਚ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਨੈਕਸਟ ਦੇ ਵਿੱਚ ਹੈ ਕਿ ਜਿਹੜੇ ਇਹ ਵਾਲੇ ਜਿਊ ਸੀਗੇ ਉਹਨਾਂ ਨੂੰ ਬਾਹਰ ਤੋਂ ਅਗਰ ਤੁਸੀਂ ਦੇਖਦੇ ਹੋ ਦੈਨ ਤੁਹਾਨੂੰ ਪਛਾਣਨਾ ਬਹੁਤ ਮੁਸ਼ਕਿਲ ਸੀਗਾ ਕਿ ਉਹ ਇੱਕ ਜਰਮਨ ਆ ਰਹੇ ਨੇ ਜਾਂ ਇੱਕ ਜਿਊ ਹੈ, ਠੀਕ ਹੈ। ਬਟ ਉਹ ਕਿਵੇਂ ਸ਼ੋਅ ਕਰਦੇ ਸੀਗੇ ਕਿ ਜਿਵੇਂ ਇੱਕ ਜਿਹੜਾ ਜਿਊ ਪਰਸਨ ਹੈ ਉਹਦੀ ਲੰਬੀ ਹੋਈ ਵਧੀ ਹੋਈ ਦਾੜੀ ਜਿਹੜੀ ਆ ਉਹ ਹਵਾ ਵਿੱਚ ਉੱਡਦੀ ਪਈ ਹੈ, ਠੀਕ ਹੈ, ਐਂਡ ਉਹਨੇ ਇੱਕ ਲੰਬਾ ਕੁੜਤਾ ਪਹਿਨਿਆ ਹੋਇਆ ਹੈ, ਠੀਕ ਹੈ। ਬਟ ਇਨ ਰਿਐਲਿਟੀ ਕਹਿੰਦੇ ਕਿ ਜਿਹੜੇ ਜਰਮਨ ਜਿਊ ਸੀਗੇ ਜਾਂ ਜਰਮਨ ਆਰੀਅਨ ਸੀਗੇ ਉਹ ਸੁਸਾਇਟੀ ਵਿੱਚ ਇੰਨੇ ਕੁਲੇ ਮਿਲੇ ਸੀਗੇ ਕਿ ਉਹਨਾਂ ਨੂੰ ਡਿਫਰੈਂਸ਼ੀਏਟ ਕਰਨਾ ਜਿਹੜਾ ਹੈਗਾ ਬਹੁਤ ਜ਼ਿਆਦਾ ਮੁਸ਼ਕਿਲ ਸੀਗਾ। ਇਸੇ ਤਰੀਕੇ ਦੇ ਨਾਲ ਉਹਨਾਂ ਨੂੰ ਮਤਲਬ ਵਰਮਿਨ, ਰੈਟ, ਪੈਸਟ ਐਵੇਂ ਦੇ ਜਿਹੜੇ ਸੀਗੇ ਉਹ ਵਰਡਸ ਉਹਨਾਂ ਦੇ ਲਈ ਯੂਜ਼ ਕੀਤੇ ਜਾਂਦੇ ਸੀਗੇ ਜਿਹੜੇ ਕਿ ਉਹਨਾਂ ਨੂੰ ਬੜੇ ਜ਼ਿਆਦਾ ਹਿਊਮੀਲੇਟ ਕਰਨ ਦੇ ਲਈ ਜਾਂ ਲੋਕਾਂ ਵਿੱਚ ਨਫ਼ਰਤ ਪੈਦਾ ਕਰਨ ਦੇ ਲਈ ਇਹੋ ਜਿਹੇ ਵਰਡਸ ਜਿਹੜੇ ਸੀਗੇ ਉਹਨਾਂ ਲਈ ਵਰਤੇ ਜਾਂਦੇ ਸੀਗੇ, ਠੀਕ ਹੈ। ਨੈਕਸਟ ਹੈ
ਉਹਨਾਂ ਦੀ ਜਿਹੜੇ ਮੂਵਮੈਂਟਸ ਸੀਗੀਆਂ ਉਹ ਕਾਹਦੇ ਨਾਲ ਕੰਪੇਅਰ ਕੀਤੇ ਜਾਂਦੀਆਂ ਹੈਗੀਆਂ, ਰੋਡੈਂਟਸ ਦੇ ਨਾਲ। ਮਤਲਬ ਜਿੱਦਾਂ ਚੂਹੇ ਜਿਹੜੇ ਆ ਉਹ ਕੰਟੀਨਿਊਸਲੀ ਇੱਕ ਤੋਂ ਦੂਜੀ ਜਗ੍ਹਾ ਦੌੜਦੇ ਨੇ, ਦੂਜੀ ਤੋਂ ਤੀਜੀ ਜਗ੍ਹਾ ਦੌੜਦੇ ਨੇ, ਇਸੇ ਤਰੀਕੇ ਨਾਲ ਉਹਨਾਂ ਦੇ ਮੂਵਮੈਂਟਸ ਨੂੰ ਜਿਹੜਾ ਹੈਗਾ ਉਹ ਕੰਪੇਅਰ ਕੀਤਾ ਜਾਂਦਾ ਹੈਗਾ। ਨਾਜ਼ੀ ਜਿਹੜੇ ਹੈਗੇ ਉਹਨਾਂ ਦਾ ਜਿਹੜਾ ਕੰਮ ਹੈਗਾ ਉਹਨਾਂ ਨੇ ਕਿੱਥੇ ਕੀਤਾ, ਲੋਕਾਂ ਦੇ ਦਿਮਾਗ ਦੇ ਉੱਤੇ ਉਹਨਾਂ ਨੇ ਜਿਹੜਾ ਹੈਗਾ ਉਹ ਅਸਰ ਕਰਨ ਦੀ, ਜਾਂ ਲੋਕਾਂ ਨੂੰ ਮੈਂਟਲੀ ਜਿਹੜਾ ਹੈਗਾ ਉਹ ਨਾਜ਼ੀ ਜਰਮਨੀ ਦੇ ਫੇਵਰ ਵਿੱਚ ਲਿਆਉਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਹੈਗੀ। ਲੋਕਾਂ ਨੂੰ ਇਮੋਸ਼ਨਲੀ ਜਿਹੜਾ ਹੈ ਉਹ ਇਵੇਂ ਦੇ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਜਿਊਜ਼ ਦੇ ਨਾਲ ਜਾਂ ਬਾਕੀ ਰੇਸਸ ਦੇ ਨਾਲ ਨਫ਼ਰਤ ਕਰਨ, ਠੀਕ ਹੈ। ਔਰ ਉਹਨਾਂ ਦੇ ਅੰਦਰ ਜਿਹੜਾ ਹੈ ਇੱਕ ਐਂਗਰ ਹੈ, ਇੱਕ ਗੁੱਸਾ ਜਿਹੜਾ ਹੈ, ਐਗਰੈਸ਼ਨ ਜਿਹੜਾ ਹੈ ਉਹ ਪੈਦਾ ਕੀਤਾ ਜਾ ਸਕੇ ਅਨਡਿਜ਼ਾਇਰਡ ਲੋਕਾਂ ਦੇ ਲਈ। ਅਨਡਿਜ਼ਾਇਰਡ ਕੌਣ ਹੈਗੇ ਉਹਨਾਂ ਵਾਸਤੇ? ਸਾਰੇ ਦੇ ਸਾਰੀਆਂ ਰੇਸਸ ਜਸਟ ਵਿਦਆਊਟ ਦਾ ਜਰਮਨ ਆਰੀਅਨਸ, ਠੀਕ ਹੈ। ਨਾਜ਼ੀਜ਼ ਜਿਹੜੇ ਹੈਗੇ ਉਹਨਾਂ ਨੇ ਬਹੁਤ ਸਾਰੀਆਂ ਐਫਰਟਸ ਕੀਤੀਆਂ ਕਿ ਜਿਹੜੇ ਡਿਫਰੈਂਟ ਸੈਕਸ਼ਨਸ ਨੇ ਪੋਪੂਲੇਸ਼ਨ ਦੇ, ਠੀਕ ਹੈ, ਉਹਨਾਂ ਨੂੰ ਅਪੀਲ ਕਰਨ ਦੀ ਕਿ ਮਤਲਬ ਉਹ ਨਾਜ਼ੀ ਆਈਡੀਆਜ਼ ਨੂੰ ਫੋਲੋ ਕਰਨ, ਠੀਕ ਹੈ। ਐਂਡ ਇਹਦੇ ਨਾਲ ਹੀ ਜਿਹੜਾ ਹੈਗਾ ਉਹ ਇਸ ਚੀਜ਼ ਵਿੱਚ ਥੋੜ੍ਹਾ ਬਹੁਤਾ ਜਿਹੜਾ ਹੈਗਾ ਉਹ ਸਕਸੈਸਫੁਲ ਵੀ ਹੋਏ ਕਿ ਉਹਨਾਂ ਨੂੰ ਜਿਹੜੀ ਪਬਲਿਕ ਦੀ ਸਪੋਰਟ ਹੈਗੀ ਉਹ ਮਿਲੀ, ਠੀਕ ਹੈ। ਔਰ ਉਹਨਾਂ ਨੇ ਲੋਕਾਂ ਨੂੰ ਕੀ ਮਤਲਬ ਕੀ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅਗਰ ਉਹ ਆਪਣੇ ਸਾਰੀਆਂ ਪ੍ਰੋਬਲਮਸ ਦਾ ਸੋਲਿਊਸ਼ਨ ਚਾਹੁੰਦੇ ਆ ਦੈਨ ਉਹਦਾ ਕੀ ਸੋਲਿਊਸ਼ਨ ਹੋ ਸਕਦਾ ਹੈ, ਜਸਟ ਇੱਕ ਕਿ ਉਹ ਸਾਰੇ ਜਿਊਜ਼ ਨੂੰ ਆਪਣੇ ਦੇਸ਼ ਤੋਂ ਬਾਹਰ ਕਰ ਦੇਣ, ਠੀਕ ਹੈ। ਨੀਚੇ ਬੇਟਾ ਇੱਕ ਪਿਕਚਰ ਦਿੱਤੀ ਹੋਈ ਹੈ, ਨਾਜ਼ੀ ਪੋਸਟਰ ਹੈ, ਔਰ ਇਹ ਅਟੈਕ ਕਿਹਨੂੰ ਕਰ ਰਿਹਾ, ਜਿਊਜ਼ ਨੂੰ ਕਰ ਰਿਹਾ। ਜਿਹੜਾ ਪਰਸਨ ਉੱਪਰ ਬੈਠਾ ਹੋਇਆ ਹੈ ਉਹਨੂੰ ਕੀ ਦਿਖਾਇਆ ਗਿਆ ਕਿ ਉਹ ਇੱਕ ਜਿਊ ਹੈ, ਔਰ ਉਹਦੇ ਨੀਚੇ ਦੇਖੋ ਇੱਕ ਗੁਬਾਰਾ ਜਾਂ ਕਹਿ ਸਕਦੇ ਹੋ ਕਿ ਇੱਕ ਪੋਲੀਥੀਨ ਭਰਿਆ ਹੋਇਆ ਹੈ, ਉਹਦੇ ਵਿੱਚ ਕੀ ਦਿਖਾਇਆ ਗਿਆ, ਉਹਦੇ ਵਿੱਚ ਪੈਸੇ ਦਿਖਾਏ ਗਏ ਆ। ਉਹਨਾਂ ਨੇ ਕੀ ਦਿਖਾਇਆ ਹੈਗਾ ਕਿ ਜਿਹੜੇ ਜਿਊਜ਼ ਨੇ ਉਹ ਅਨਫੇਅਰ ਮੀਨਸ ਦੇ ਨਾਲ ਜਿਹੜਾ ਹੈ ਉਹ ਪੈਸੇ ਇਕੱਠੇ ਕਰਦੇ ਹੈ, ਔਰ ਉਹਨਾਂ ਦਾ ਜਿਹੜਾ ਰੱਬ ਹੈ, ਸਭ ਕੁਛ ਹੈ, ਉਹ ਕੀ ਹੈ, ਪੈਸਾ ਹੀ ਹੈ। ਉਹ ਕਿਸੇ ਦੇ ਕੁਛ ਨਹੀਂ ਲੱਗਦੇ, ਔਰ ਉਹ ਲੋਕਾਂ ਨੂੰ ਐਕਸਪਲੋਇਟ ਕਰਕੇ ਜਿਹੜਾ ਹੈ ਉਹ ਪੈਸਾ ਕਮਾਉਂਦੇ ਆ, ਠੀਕ ਹੈ। ਸੋ ਇਸ ਤਰੀਕੇ ਦੇ ਕਈ ਹੋਰ ਪੋਸਟਰਸ, ਡਾਕੂਮੈਂਟਰੀਜ਼, ਫਿਲਮਸ, ਕਈ ਬਹੁਤ ਕੁਛ ਜਿਹੜਾ ਹੈਗਾ ਉਸ ਟਾਈਮ ਤੇ ਪਬਲਿਸ਼ ਕੀਤਾ ਗਿਆ। ਥੈਂਕ ਯੂ।